ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਲ ਉੱਪਰ ਕਲਿੱਕ ਕਰ ਲਓ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਬਿਆਸ ਦਰਿਆ ਦੇ ਕੰਢੇ ਸ੍ਰੀ ਗੋਇੰਦਵਾਲ ਸਾਹਿਬ ਦਾ ਨਗਰ ਵਸਾਇਆ ਤੇ ਆਪ ਵੀ ਉੱਥੇ ਰਹਿਣ ਲੱਗ ਪਏ। ਗੁਰੂ ਕਾ ਲੰਗਰ ਖੁੱਲ੍ਹਾ ਵਰਤਣ ਲੱਗਾ ਤੇ ਦੋਨੋਂ ਵੇਲੇ ਦੀਵਾਨ ਲੱਗਣੇ ਸ਼ੁਰੂ ਹੋ ਗਏ। ਗੁਰੂ ਜੀ ਦੇ ਦਰਸ਼ਨਾਂ ਵਾਸਤੇ ਦੂਰ ਦੁਰਾਡੇ ਦੇ ਲੋਕ ਇਸ ਨਗਰ ਵਿੱਚ ਆ ਕੇ ਵਸਣ ਲੱਗ ਪਏ ਤੇ ਹੌਲੀ ਹੌਲੀ ਸਾਰਾ ਸ਼ਹਿਰ ਪ੍ਰਫੁੱਲਿਤ ਹੋਣ ਲੱਗ ਪਿਆ। ਇੱਕ ਦਿਨ ਗੁਰੂ ਜੀ ਦੇ ਸੇਵਕਾਂ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਗੁਰੂ ਜੀ, ਤੁਹਾਡੇ ਦਰਸ਼ਨਾਂ ਵਾਸਤੇ ਇੱਥੇ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਤੇ ਸੰਗਤ ਦੇ ਠਹਿਰਨ ਵਾਸਤੇ ਕੋਈ ਖੁੱਲ੍ਹਾ ਜਿਹਾ ਮਕਾਨ ਬਣਾਉਣ ਦੀ ਲੋੜ ਹੈ ਤੇ ਮਕਾਨ ਬਣਾਉਣ ਵਾਸਤੇ ਬਾਕੀ ਸਾਰਾ ਸਮਾਨ ਤਾਂ ਮੁਹੱਈਆ ਹੋ ਰਿਹਾ ਹੈ, ਪਰ ਬੂਹੇ ਬਾਰੀਆਂ ਤੇ ਮਕਾਨ ਦੀ ਛੱਤ ਪਾਉਣ ਲਈ ਲੱਕੜੀ ਨਹੀਂ ਮਿਲ ਰਹੀ। ਤਾਂ ਸੇਵਕਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਸਿਆਣੇ ਸਿੱਖਾਂ ਨਾਲ ਸਲਾਹ ਕੀਤੀ ਤੇ ਸਲਾਹ ਕਰਨ ਤੋਂ ਬਾਅਦ ਅਗਲੇ ਦਿਨ ਗੁਰੂ ਜੀ ਨੇ ਆਪਣੇ ਭਰਾ ਦੇ ਪੁੱਤਰ ਸਾਵਣ ਮੱਲ ਨੂੰ ਆਪਣੇ ਪਾਸ ਬੁਲਾਇਆ ਤੇ ਹੁਕਮ ਕੀਤਾ ਕਿ ਤੂੰ ਹਰੀਪੁਰ ਦੇ ਰਾਜੇ ਪਾਸ ਜਾ ਤੇ ਰਾਜੇ ਕੋਲੋਂ ਲੱਕੜਾਂ ਲੈ ਕੇ ਆ। ਉਹਨਾਂ ਲੱਕੜਾਂ ਨੂੰ ਤੂੰ ਬਿਆਸ ਦਰਿਆ ਵਿੱਚ ਰੋੜ ਦੇਵੀਂ ਤੇ ਇੱਥੋਂ ਸਾਡੇ ਸੇਵਕ ਲੱਕੜਾਂ ਆਪੇ ਕੱਢ ਲੈਣਗੇ। ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸਾਵਣ ਮੱਲ ਨੇ ਕਿਹਾ ਕਿ ਗੁਰੂ ਜੀ, ਹਰੀਪੁਰ ਵਿੱਚ ਮੈਨੂੰ ਕੋਈ ਵੀ ਨਹੀਂ ਜਾਣਦਾ ਤੇ ਉਹ ਪਹਾੜੀ ਲੋਕ ਨੇ, ਪਤਾ ਨਹੀਂ ਲੱਕੜਾਂ ਦੇਣ ਲਈ ਰਾਜੀ ਹੋਣਗੇ ਜਾਂ ਨਹੀਂ ਹੋਣਗੇ। ਤਾਂ ਸਾਵਣ ਮੱਲ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣੀ ਜੇਬ ਵਿੱਚੋਂ ਇੱਕ ਰੁਮਾਲ ਕੱਢਿਆ ਤੇ ਕਿਹਾ ਕਿ ਇਸ ਚਮਤਕਾਰੀ ਰੁਮਾਲ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਹਨ, ਤੂੰ ਜੋ ਵੀ ਇੱਛਾ ਕਰੇਗਾ ਇਹ ਰੁਮਾਲ ਪੂਰੀ ਕਰ ਦੇਵੇਗਾ। ਇਹ ਰੁਮਾਲ ਤੂੰ ਆਪਣੇ ਨਾਲ ਲੈ ਜਾ ਤੇ ਉੱਥੇ ਜਾ ਕੇ ਲੱਕੜਾਂ ਲੈ ਕੇ ਆ, ਤੈਨੂੰ ਕੋਈ ਮਨਾ ਨਹੀਂ ਕਰੇਗਾ। ਤਾਂ ਸਾਵਣ ਮੱਲ ਨੇ ਗੁਰੂ ਜੀ ਦੀ ਆਗਿਆ ਲਈ ਤੇ ਰੁਮਾਲ ਲੈ ਕੇ ਹਰੀਪੁਰ ਵੱਲ ਨੂੰ ਚੱਲ ਪਿਆ। ਸਾਵਣ ਮੱਲ ਜਿਸ ਦਿਨ ਹਰੀਪੁਰ ਨਗਰ ਵਿਖੇ ਪਹੁੰਚਿਆ ਤਾਂ ਵਰਤ ਦੇ ਕਰਕੇ ਉਸ ਦਿਨ ਰਾਜੇ ਨੇ ਨਗਰ ਵਿੱਚ ਹੁਕਮ ਕੀਤਾ ਹੋਇਆ ਸੀ ਕਿ ਅੱਜ ਦੇ ਦਿਨ ਕੋਈ ਅੰਨ ਨਾ ਖਾਵੇ, ਪਰ ਸਾਵਣ ਮੱਲ ਨੂੰ ਭੁੱਖ ਬੜੀ ਤੇਜ਼ ਲੱਗੀ ਹੋਈ ਸੀ ਤੇ ਉਸਨੇ ਲੰਗਰ ਤਿਆਰ ਕੀਤਾ ਤੇ ਪ੍ਰਸ਼ਾਦਾ ਛਕ ਲਿਆ। ਕਿਸੇ ਨੇ ਇਸ ਗੱਲ ਦੀ ਖਬਰ ਰਾਜੇ ਕੋਲ ਪਹੁੰਚਾ ਦਿੱਤੀ ਕਿ ਇਸ ਨਗਰ ਵਿੱਚ ਕੋਈ ਬਾਹਰ ਦਾ ਬੰਦਾ ਆਇਆ ਹੋਇਆ ਹੈ ਤੇ ਉਸਨੇ ਤੁਹਾਡੇ ਹੁਕਮਾਂ ਦਾ ਪਾਲਣ ਨਾ ਕਰਦਿਆਂ ਹੋਇਆਂ ਅੰਨ ਛਕਿਆ ਹੈ। ਤਾਂ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਬੰਦੇ ਨੂੰ ਗ੍ਰਿਫਤਾਰ ਕਰਕੇ ਮੇਰੇ ਕੋਲ ਲੈ ਆਓ। ਤਾਂ ਸਿਪਾਹੀਆਂ ਨੇ ਸਾਵਣ ਮੱਲ ਨੂੰ ਗ੍ਰਿਫਤਾਰ ਕਰਕੇ ਰਾਜੇ ਸਾਹਮਣੇ ਖੜਾ ਕਰ ਦਿੱਤਾ। ਤਾਂ ਰਾਜੇ ਨੇ ਸਾਵਣ ਮੱਲ ਨੂੰ ਪੁੱਛਿਆ ਕਿ ਤੁਸੀਂ ਅੱਜ ਇਕਾਰਦਰਸ਼ੀ ਵਾਲੇ ਦਿਨ ਭੋਜਨ ਕਿਉਂ ਖਾਧਾ ਹੈ, ਵਰਤ ਕਿਉਂ ਨਹੀਂ ਰੱਖਿਆ? ਤਾਂ ਸਾਵਣ ਮੱਲ ਨੇ ਉੱਤਰ ਦਿੱਤਾ ਕਿ ਗੁਰੂ ਘਰ ਦਾ ਲੰਗਰ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਤੇ ਗੁਰੂ ਘਰ ਇਸ ਤਰ੍ਹਾਂ ਦੇ ਭਰਮਾਂ ਵਿੱਚ ਕਦੀ ਵੀ ਵਿਸ਼ਵਾਸ ਨਹੀਂ ਰੱਖਦਾ। ਤਾਂ ਸਾਵਣ ਮੱਲ ਦੇ ਮੂੰਹੋਂ ਇਹ ਜਵਾਬ ਸੁਣ ਕੇ ਰਾਜਾ ਸ਼ਾਂਤ ਹੋ ਗਿਆ, ਪਰ ਕੋਲ ਬੈਠੇ ਇੱਕ ਬੈਰਾਗੀ ਸਾਧੂ ਨੇ ਰਾਜੇ ਨੂੰ ਭੜਕਾ ਦਿੱਤਾ ਤੇ ਕਿਹਾ ਕਿ ਇਸ ਨੇ ਤੁਹਾਡੇ ਹੁਕਮ ਦਾ ਪਾਲਣ ਨਹੀਂ ਕੀਤਾ ਹੈ, ਇਸ ਨੂੰ ਕੈਦ ਹੋਣੀ ਚਾਹੀਦੀ ਹੈ। ਤਾਂ ਸਾਧੂ ਦੀਆਂ ਗੱਲਾਂ ਵਿੱਚ ਆਣ ਕੇ ਰਾਜੇ ਨੇ ਸਾਵਣ ਮੱਲ ਨੂੰ ਕੈਦ ਕਰਵਾ ਦਿੱਤਾ। ਦੂਸਰੇ ਦਿਨ ਰਾਜੇ ਦੇ ਲੜਕੇ ਨੂੰ ਹੈਜਾ ਹੋ ਗਿਆ ਤੇ ਹੈਜੇ ਦੇ ਕਾਰਨ ਉਸ ਦੀ ਮੌਤ ਹੋ ਗਈ।
ਰਾਜੇ ਦੇ ਮਹਿਲ ਵਿੱਚ ਰੋਣਾ ਪਿੱਟਣਾ ਪੈ ਗਿਆ। ਤਾਂ ਰਾਜੇ ਦੇ ਮੰਤਰੀ ਨੇ ਰਾਜੇ ਨੂੰ ਸਲਾਹ ਦਿੱਤੀ ਕਿ ਮਹਾਰਾਜ ਜੀ, ਤੁਸੀਂ ਕੱਲ ਜਿਹੜੇ ਗੁਰੂ ਦੇ ਨਿਰਦੋਸ਼ ਸਿੱਖ ਨੂੰ ਕੈਦ ਕੀਤਾ ਹੈ, ਇਹ ਸਭ ਉਸ ਦਾ ਹੀ ਫਲ ਹੈ ਕਿ ਛੋਟੇ ਰਾਜਕੁਮਾਰ ਦੀ ਮੌਤ ਹੋ ਗਈ ਹੈ। ਹਾਲੇ ਵੀ ਉਹਨਾਂ ਨੂੰ ਕੈਦ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਤੇ ਆਪਣੀ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ। ਤਾਂ ਰਾਜੇ ਨੂੰ ਆਪਣੇ ਮੰਤਰੀ ਦੀ ਗੱਲ ਉਚਿਤ ਲੱਗੀ ਤੇ ਉਸਨੇ ਵਜ਼ੀਰ ਨੂੰ ਭੇਜ ਕੇ ਸਾਵਣ ਮੱਲ ਨੂੰ ਰਿਹਾ ਕਰਵਾ ਦਿੱਤਾ ਤੇ ਆਪਣੀ ਭੁੱਲ ਬਖਸ਼ਾਈ। ਸਾਵਣ ਮੱਲ ਜਦੋਂ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਉਸਨੇ ਰਾਜੇ ਦੇ ਮਹਿਲਾਂ ਦਾ ਮਾਹੌਲ ਵੇਖਿਆ ਕਿ ਮਹਿਲਾਂ ਵਿੱਚ ਰੋਣਾ ਪਿੱਟਣਾ ਪਿਆ ਹੋਇਆ ਸੀ। ਤਾਂ ਸਾਵਣ ਮੱਲ ਨੇ ਵਜ਼ੀਰ ਨੂੰ ਕਿਹਾ ਕਿ ਜੇਕਰ ਰਾਜਾ ਗੁਰੂ ਦਾ ਸਿੱਖ ਬਣ ਜਾਵੇ ਤਾਂ ਮੈਂ ਉਸਦੇ ਮਰੇ ਹੋਏ ਪੁੱਤਰ ਨੂੰ ਜਿੰਦਾ ਕਰ ਸਕਦਾ ਹਾਂ। ਤਾਂ ਵਜ਼ੀਰ ਨੇ ਜਦੋਂ ਇਹ ਗੱਲ ਰਾਜੇ ਨੂੰ ਦੱਸੀ ਤਾਂ ਰਾਜੇ ਨੇ ਕਿਹਾ ਕਿ ਜੇਕਰ ਮੇਰਾ ਮਰਿਆ ਹੋਇਆ ਪੁੱਤਰ ਜਿੰਦਾ ਹੋ ਜਾਵੇ ਤਾਂ ਮੈਂ ਤੇ ਮੇਰਾ ਸਾਰਾ ਪਰਿਵਾਰ ਗੁਰੂ ਦੇ ਸਿੱਖ ਬਣ ਜਾਵਾਂਗੇ। ਵਜ਼ੀਰ ਨੇ ਰਾਜੇ ਦੇ ਹੁਕਮ ਅਨੁਸਾਰ ਸਾਵਣ ਮੱਲ ਨੂੰ ਰਾਜੇ ਦੇ ਦਰਬਾਰ ਵਿੱਚ ਬੁਲਾ ਲਿਆ ਤੇ ਰਾਜੇ ਨੇ ਸਾਵਣ ਮੱਲ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਮੇਰੇ ਪੁੱਤਰ ਨੂੰ ਜਿੰਦਾ ਕਰ ਦਿਓ। ਤਾਂ ਸਾਵਣ ਮੱਲ ਨੇ ਸਾਰੇ ਜਾਣਿਆਂ ਨੂੰ ਕਿਹਾ ਕਿ ਪਹਿਲਾਂ ਰੋਣਾ ਪਿੱਟਣਾ ਬੰਦ ਕਰਕੇ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰੋ। ਤਾਂ ਰਾਜੇ ਸਮੇਤ ਸਾਰੇ ਜਾਣੇ ਵਾਹਿਗੁਰੂ ਜੀ ਦਾ ਜਾਪ ਕਰਨ ਲੱਗ ਪਏ। ਸਾਵਣ ਮੱਲ ਨੇ ਰਾਜੇ ਦੇ ਮਰੇ ਹੋਏ ਪੁੱਤਰ ਦੇ ਪਾਸ ਬੈਠ ਕੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਗੁਰੂ ਜੀ ਦੁਆਰਾ ਦਿੱਤੇ ਉਸ ਚਮਤਕਾਰੀ ਰੁਮਾਲ ਨੂੰ ਪਾਣੀ ਨਾਲ ਗਿੱਲਾ ਕੀਤਾ ਤੇ ਉਸ ਮਰੇ ਹੋਏ ਲੜਕੇ ਦੇ ਮੂੰਹ ਤੇ ਨਿਚੋੜ ਦਿੱਤਾ। ਤਾਂ ਜਿਵੇਂ ਹੀ ਸਾਵਣ ਮੱਲ ਨੇ ਉਸ ਚਮਤਕਾਰੀ ਰੁਮਾਲ ਨੂੰ ਮਰੇ ਹੋਏ ਲੜਕੇ ਦੇ ਮੂੰਹ ਤੇ ਨਿਚੋੜਿਆ ਤਾਂ ਉਸ ਲੜਕੇ ਨੇ ਅੱਖਾਂ ਖੋਲ੍ਹ ਲਈਆਂ ਤੇ ਉੱਠ ਕੇ ਬੈਠ ਗਿਆ। ਪੁੱਤਰ ਨੂੰ ਜਿੰਦਾ ਹੋਇਆ ਦੇਖ ਕੇ ਰਾਜੇ ਤੇ ਰਾਣੀ ਦੋਨਾਂ ਨੇ ਸਾਵਣ ਮੱਲ ਦੇ ਚਰਨ ਫੜ ਲਏ ਤੇ ਪੂਰੇ ਪਰਿਵਾਰ ਸਮੇਤ ਗੁਰੂ ਜੀ ਦੇ ਸਿੱਖ ਬਣ ਗਏ। 4-5 ਦਿਨ ਬੀਤਣ ਤੋਂ ਬਾਅਦ ਰਾਜੇ ਨੇ ਸਾਵਣ ਮੱਲ ਨੂੰ ਆਪਣੇ ਪਾਸ ਬੁਲਾਇਆ ਤੇ ਇੱਥੇ ਆਉਣ ਦਾ ਕਾਰਨ ਪੁੱਛਿਆ। ਤਾਂ ਸਾਵਣ ਮੱਲ ਨੇ ਕਿਹਾ ਕਿ ਮਹਾਰਾਜ ਜੀ, ਬਿਆਸ ਦੀ ਨਦੀ ਦੇ ਕਿਨਾਰੇ ਗੁਰੂ ਅਮਰਦਾਸ ਜੀ ਦੇ ਦੁਆਰਾ ਇੱਕ ਗੋਇੰਦਵਾਲ ਨਗਰ ਵਸਾਇਆ ਗਿਆ ਹੈ ਤੇ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਬੜੀ ਸਾਰੀ ਸੰਗਤ ਉੱਥੇ ਆਉਂਦੀ ਹੈ ਤੇ ਸੰਗਤ ਦੇ ਠਹਿਰਨ ਵਾਸਤੇ ਗੁਰੂ ਜੀ ਉੱਥੇ ਮਕਾਨ ਬਣਵਾ ਰਹੇ ਹਨ, ਜਿਸ ਵਾਸਤੇ ਬੜੀ ਸਾਰੀ ਲੱਕੜੀ ਦੀ ਲੋੜ ਹੈ। ਤਾਂ ਸਾਵਣ ਮੱਲ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਮਕਾਨ ਵਿੱਚ ਕੰਮ ਆਉਣ ਵਾਲੀ ਵਧੀਆ ਲੱਕੜ ਦੇ ਬੇੜੇ ਬੰਨ੍ਹ ਕੇ ਉਸ ਨੂੰ ਬਿਆਸ ਦਰਿਆ ਵਿੱਚ ਤਾਰ ਦਿੱਤਾ ਜਾਵੇ। ਤਾਂ ਸਿਪਾਹੀਆਂ ਨੇ ਇਦਾਂ ਹੀ ਕੀਤਾ ਤੇ ਜਲਦੀ ਹੀ ਬੜੀ ਸਾਰੀ ਲੱਕੜ ਗੋਇੰਦਵਾਲ ਨਗਰ ਵਿਖੇ ਪਹੁੰਚਣ ਲੱਗ ਪਈ। ਜਦੋਂ ਲੱਕੜ ਦੀ ਲੋੜ ਪੂਰੀ ਹੋ ਗਈ ਤਾਂ ਗੁਰੂ ਜੀ ਨੇ ਸਾਵਣ ਮੱਲ ਨੂੰ ਸ਼੍ਰੀ ਗੋਇੰਦਵਾਲ ਵਿਖੇ ਵਾਪਿਸ ਆਉਣ ਲਈ ਸੱਦਾ ਭੇਜ ਦਿੱਤਾ। ਪਰ ਸਾਵਣ ਮੱਲ ਨੇ ਸੋਚਿਆ ਕਿ ਜੇਕਰ ਮੈਂ ਵਾਪਿਸ ਗੋਇੰਦਵਾਲ ਚਲਾ ਗਿਆ ਤਾਂ ਗੁਰੂ ਜੀ ਮੇਰੇ ਕੋਲੋਂ ਆਪਣਾ ਚਮਤਕਾਰੀ ਰੁਮਾਲ ਵਾਪਿਸ ਲੈ ਲੈਣਗੇ ਤੇ ਫਿਰ ਮੇਰੇ ਕੋਲ ਕੋਈ ਸ਼ਕਤੀ ਨਹੀਂ ਰਹੇਗੀ। ਮੇਰੇ ਲਈ ਚੰਗਾ ਇਹੀ ਹੈ ਕਿ ਮੈਂ ਗੋਇੰਦਵਾਲ ਵਿਖੇ ਨਾ ਜਾਵਾਂ। ਇਹ ਸੋਚ ਕੇ ਜਦੋਂ ਸਾਵਣ ਮੱਲ ਨੇ ਗੁਰੂ ਜੀ ਦੀ ਆਗਿਆ ਦਾ ਪਾਲਣ ਨਹੀਂ ਕੀਤਾ ਤਾਂ ਗੁਰੂ ਜੀ ਨੇ ਆਪਣੇ ਰੁਮਾਲ ਨੂੰ ਹੁਕਮ ਦਿੱਤਾ ਕਿ ਤੂੰ ਸਾਨੂੰ ਗੋਇੰਦਵਾਲ ਚਾਹੀਦਾ ਹੈ। ਤਾਂ ਗੁਰੂ ਜੀ ਦਾ ਹੁਕਮ ਮੰਨ ਕੇ ਰੁਮਾਲ ਝਟਪਟ ਹੀ ਗੁਰੂ ਜੀ ਦੇ ਪਾਸ ਪਹੁੰਚ ਗਿਆ। ਰੁਮਾਲ ਨੂੰ ਗਾਇਬ ਹੋਇਆ ਦੇਖ ਕੇ ਸਾਵਣ ਮੱਲ ਸਮਝ ਗਿਆ ਕਿ ਗੁਰੂ ਸਾਹਿਬ ਨੇ ਕਲਾ ਵਰਤਾ ਦਿੱਤੀ ਹੈ ਤੇ ਰੁਮਾਲ ਦੇ ਗਾਇਬ ਹੋਣ ਤੋਂ ਬਾਅਦ ਸਾਵਣ ਮੱਲ ਬੜਾ ਪਛਤਾਇਆ ਤੇ ਗੁਰੂ ਜੀ ਕੋਲੋਂ ਆਪਣੀ ਭੁੱਲ ਬਖਸ਼ਾਉਣ ਲਈ ਸ਼੍ਰੀ ਗੋਇੰਦਵਾਲ ਨਗਰ ਨੂੰ ਵਾਪਿਸ ਜਾਣ ਲਈ ਤਿਆਰ ਹੋ ਗਿਆ।
ਤੇ ਨਾਲ ਹੀ ਉਸਨੇ ਰਾਜੇ ਨੂੰ ਕਿਹਾ ਕਿ ਮੇਰੇ ਨਾਲ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਚੱਲੋ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਬਣਾਓ। ਗੁਰੂ ਜੀ ਆਪਣੇ ਸੇਵਕਾਂ ਦੀਆਂ ਮਨੋਕਾਮਨਾਵਾਂ ਨੂੰ ਜ਼ਰੂਰ ਪੂਰੀਆਂ ਕਰਦੇ ਹਨ। ਤਾਂ ਰਾਜਾ ਆਪਣੇ ਪੂਰੇ ਪਰਿਵਾਰ ਤੇ ਰਾਣੀਆਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਸ਼੍ਰੀ ਗੋਇੰਦਵਾਲ ਵਿਖੇ ਆ ਪਹੁੰਚਿਆ। ਸਾਵਣ ਮੱਲ ਪਹਿਲਾਂ ਆਪ ਇਕੱਲਾ ਹੀ ਗੁਰੂ ਜੀ ਪਾਸ ਹਾਜ਼ਰ ਹੋਇਆ ਤੇ ਮੱਥਾ ਟੇਕਣ ਉਪਰੰਤ ਕਹਿਣ ਲੱਗਾ ਕਿ ਗੁਰੂ ਜੀ, ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ ਸਮੇਤ ਆਪ ਜੀ ਦੇ ਦਰਸ਼ਨ ਕਰਨ ਆਇਆ ਹੈ। ਤਾਂ ਸਾਵਣ ਮੱਲ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਰਾਜੇ ਨੂੰ ਕਹੋ ਕਿ ਪਹਿਲਾਂ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕੇ ਤੇ ਫੇਰ ਸਾਡੇ ਪਾਸ ਆਵੇ, ਤੇ ਜੇਕਰ ਉਸ ਦੀਆਂ ਰਾਣੀਆਂ ਵੀ ਆਉਣਾ ਚਾਹਣ ਤਾਂ ਫਿਰ ਚਿੱਟੇ ਕੱਪੜੇ ਪਾ ਕੇ ਆਉਣ, ਰੰਗਦਾਰ ਕੱਪੜੇ ਪਹਿਨ ਕੇ ਕੋਈ ਨਾ ਆਵੇ ਤੇ ਨਾ ਹੀ ਕੋਈ ਮੂੰਹ ਢੱਕ ਕੇ ਆਵੇ। ਗੁਰੂ ਜੀ ਦੇ ਹੁਕਮਾਂ ਅਨੁਸਾਰ ਜਦੋਂ ਰਾਜਾ ਪ੍ਰਸ਼ਾਦਾ ਪਾਣੀ ਛਕ ਕੇ ਤੇ ਆਪਣੀਆਂ ਰਾਣੀਆਂ ਨੂੰ ਚਿੱਟੇ ਕੱਪੜੇ ਪਵਾ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਤਾਂ ਉਸ ਦੀਆਂ ਰਾਣੀਆਂ ਵਿੱਚੋਂ ਇੱਕ ਰਾਣੀ ਨੇ ਗੁਰੂ ਜੀ ਪਾਸ ਬੈਠੇ ਕੁਝ ਸਿੱਖਾਂ ਨੂੰ ਦੇਖ ਕੇ ਘੁੰਡ ਕੱਢ ਲਿਆ। ਤਾਂ ਉਸ ਰਾਣੀ ਨੂੰ ਦੇਖ ਕੇ ਗੁਰੂ ਜੀ ਨੇ ਕਿਹਾ ਕਿ ਜੇਕਰ ਇਸ ਨੂੰ ਸਾਡੇ ਦਰਸ਼ਨ ਕਰਨੇ ਚੰਗੇ ਨਹੀਂ ਲੱਗਦੇ ਸਨ ਤਾਂ ਇਹ ਕਮਲੀ ਇੱਥੇ ਲੈਣ ਕੀ ਆਈ ਹੈ। ਤਾਂ ਗੁਰੂ ਜੀ ਦੇ ਮੂੰਹੋਂ ਇਹ ਵਾਕ ਨਿਕਲਦਿਆਂ ਹੀ ਉਹ ਰਾਣੀ ਆਪਣੀ ਸੁੱਧ ਬੁੱਧ ਖੋ ਗਈ ਤੇ ਚੀਕਾਂ ਮਾਰਦੀ ਹੋਈ ਬਾਹਰ ਵੱਲ ਨੂੰ ਭੱਜ ਗਈ ਤੇ ਲਾਗੇ ਪੈਂਦੇ ਇੱਕ ਜੰਗਲ ਵਿੱਚ ਵੜ ਗਈ। ਰਾਣੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਰਾਣੀ ਫਿਰ ਵੀ ਨਾ ਮਿਲੀ। ਗੁਰੂ ਘਰ ਦਾ ਸੇਵਕ ਜਿਸ ਦਾ ਨਾਮ ਭਾਈ ਸੱਚ ਨਿਸੱਚ ਸੀ ਤੇ ਉਹ ਗੁਰੂ ਘਰ ਦਾ ਬੜਾ ਹੀ ਪੁਰਾਣਾ ਸੇਵਕ ਸੀ। ਸੇਵਾ ਵਿੱਚ ਲੱਗਿਆ ਹੋਇਆ ਇੱਕ ਦਿਨ ਉਹ ਜੰਗਲ ਵਿੱਚੋਂ ਲੱਕੜਾਂ ਕੱਟ ਰਿਹਾ ਸੀ ਕਿ ਕਿਸੇ ਔਰਤ ਨੇ ਉਸ ਨੂੰ ਪਿੱਛੋਂ ਆਣ ਕੇ ਜੱਫਾ ਮਾਰ ਲਿਆ। ਜਦੋਂ ਭਾਈ ਸੱਚ ਨਿਸੱਚ ਨੇ ਆਪਣੇ ਆਪ ਨੂੰ ਉਸ ਔਰਤ ਕੋਲੋਂ ਛੁਡਵਾਇਆ ਤਾਂ ਉਸਨੇ ਦੇਖਿਆ ਕਿ ਉਹ ਇੱਕ ਪਾਗਲ ਔਰਤ ਸੀ ਜਿਸ ਦੇ ਵਾਲ ਖਿਲਰੇ ਹੋਏ ਸਨ ਤੇ ਪਾਗਲਾਂ ਦੀ ਤਰ੍ਹਾਂ ਤਾੜੀਆਂ ਮਾਰਦੀ ਹੱਸੀ ਜਾ ਰਹੀ ਸੀ। ਜਦੋਂ ਭਾਈ ਸੱਚ ਨਿਸੱਚ ਨੇ ਉਸ ਕੋਲੋਂ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਘਣੇ ਜੰਗਲ ਵੱਲ ਦੌੜ ਗਈ ਤੇ ਫਿਰ ਤੋਂ ਗਾਇਬ ਹੋ ਗਈ। ਭਾਈ ਸੱਚ ਨਿਸੱਚ ਨੇ ਜਦੋਂ ਇਹ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਉਹੀ ਪਾਗਲ ਰਾਣੀ ਹੈ। ਗੁਰੂ ਜੀ ਨੇ ਭਾਈ ਸੱਚ ਨਿਸੱਚ ਨੂੰ ਆਪਣੇ ਪੈਰ ਦੀ ਖੜਾਵ ਦਿੱਤੀ ਤੇ ਕਿਹਾ ਕਿ ਹੁਣ ਤੈਨੂੰ ਉਹ ਜਿੱਥੇ ਵੀ ਮਿਲੇਗੀ ਉਸ ਨੂੰ ਇਹ ਖੜਾਵ ਛੁਹਾ ਦੇਵੀਂ। ਤਾਂ ਭਾਈ ਸੱਚ ਨਿਸੱਚ ਨੇ ਉਸ ਔਰਤ ਨੂੰ ਜੰਗਲ ਵਿੱਚ ਭਾਲਣਾ ਸ਼ੁਰੂ ਕਰ ਦਿੱਤਾ ਤੇ ਖੜਾਵ ਨਾਲ ਲੈ ਕੇ ਜੰਗਲ ਵਿੱਚ ਘੁੰਮਦਾ ਰਿਹਾ। ਇੱਕ ਦਿਨ ਅਚਾਨਕ ਹੀ ਉਹ ਔਰਤ ਫਿਰ ਤੋਂ ਦਿਖਾਈ ਦਿੱਤੀ ਤਾਂ ਭਾਈ ਸੱਚ ਨਿਸੱਚ ਨੇ ਉਸ ਨੂੰ ਉਹ ਖੜਾਵ ਛੁਹਾ ਦਿੱਤੀ ਤੇ ਖੜਾਵ ਨੂੰ ਛੂੰਹਦਿਆਂ ਹੀ ਰਾਣੀ ਦੁਰਸਤ ਹੋ ਗਈ ਤੇ ਵਾਪਿਸ ਗੋਇੰਦਵਾਲ ਗੁਰੂ ਜੀ ਦੇ ਪਾਸ ਆ ਗਈ। ਗੁਰੂ ਜੀ ਨੇ ਉਸ ਨੂੰ ਪਰਮਾਤਮਾ ਦੇ ਨਾਮ ਨਾਲ ਜੁੜਨ ਦਾ ਆਸ਼ੀਰਵਾਦ ਦਿੱਤਾ ਤੇ ਉਸ ਦਾ ਵਿਆਹ ਭਾਈ ਸੱਚ ਨਿਸੱਚ ਨਾਲ ਕਰਵਾ ਦਿੱਤਾ। ਗੁਰੂ ਪਿਆਰਿਓ, ਸਾਖੀ ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਸਤਿਨਾਮ ਸ਼੍ਰੀ ਵਾਹਿਗੁਰੂ।